ਅਕਾਲ ਦੋਸਤੋ, ਮੈਂ ਹਾਂ ਡਾਕਟਰ ਹੈਪੀ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਹੈਪੀ ਬੰਸਲ ਪੰਜਾਬੀ ਯੂਨੀਵਰਸਿਟੀ 'ਤੇ। ਦੋਸਤੋ, ਅੱਜ ਦੀ ਵੀਡੀਓ ਵਿੱਚ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ ਪ੍ਰਸਿੱਧ ਕਹਾਣੀਕਾਰ ਸੁਖਵੰਤ ਕੌਰ ਮਾਨ ਦੀ ਲਿਖੀ ਕਹਾਣੀ ਲੰਘਦਿਆਂ ਵੜਦਿਆਂ ਦੇ ਵਿਸ਼ਾ ਪੱਖ ਸੰਬੰਧੀ। ਸ਼ੁਰੂ ਕਰਦੇ ਹਾਂ ਦੋਸਤੋ। ਸੁਖਵੰਤ ਕੌਰ ਮਾਨ ਆਧੁਨਿਕ ਪੰਜਾਬੀ ਕਹਾਣੀ ਦੀ ਪ੍ਰਸਿੱਧ ਕਹਾਣੀਕਾਰ ਹੈ, ਜੋ ਇੱਕ ਪਾਸੇ ਤਾਂ ਔਰਤ ਮੁਖੀ ਸੰਵੇਦਨਾ ਨੂੰ ਆਪਣੀ ਗਲਪ ਰਚਨਾ ਦਾ ਆਧਾਰ ਬਣਾਉਂਦੀ ਹੈ ਅਤੇ ਦੂਜੇ ਪਾਸੇ ਉਹ ਵੱਖ-ਵੱਖ ਸਮਾਜਿਕ ਪ੍ਰਸੰਗਾਂ ਅਧੀਨ ਔਰਤ ਦੇ ਅਸਤਿਤਵ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਹੀ ਕਾਰਨ ਹੈ ਕਿ ਉਸ ਦੀਆਂ ਕਹਾਣੀਆਂ ਵਿੱਚ ਪੇਸ਼ ਔਰਤ ਦੀ ਤਰਾਸਦੀ ਅਤੇ ਅਸੰਤੁਲਨ ਤੋਂ ਵਧੇਰੇ ਉਸ ਦੇ ਮਾਣ ਸਤਿਕਾਰ ਹਾਸਿਲ ਕਰਨ ਦੀ ਇੱਛਾ ਨੂੰ ਚਿਤਰਿਆ ਗਿਆ ਹੈ। ਸੁਖਵੰਤ ਕੌਰ ਮਾਨ ਦਾ ਜਨਮ 19 ਜਨਵਰੀ 1937 ਨੂੰ ਜ਼ਿਲ੍ਹਾ ਸ਼ੇਖੋਪੁਰਾ, ਪਾਕਿਸਤਾਨ ਦੇ ਪਿੰਡ ਮਾਨਾਂਵਾਲਾ ਬਾਰ ਵਿੱਚ ਹੋਇਆ। ਉਸ ਦੀ ਸਾਹਿਤ ਰਚਨਾ ਦਾ ਆਰੰਭ ਸੰਨ 1964 ਵਿੱਚ ਹੁੰਦਾ ਹੈ। ਜਨਵਰੀ 1965 ਵਿੱਚ ਉਸ ਦੀ ਪਹਿਲੀ ਕਹਾਣੀ ਘਰਵਾਲੀ ਆਰਸੀ ਪੱਤਰਿਕਾ ਵਿੱਚ ਛਪੀ। ਉਸ ਦੇ ਕਹਾਣੀ ਸੰਗ੍ਰਹਿਾਂ ਵਿੱਚ ਭਖੜੇ ਦੇ ਫੁੱਲ 1982, ਤਰੇੜ 1984, ਇਸ ਦੇ ਬਾਵਜੂਦ 1985, ਮੂੰਹ ਮਿੱਟੀ 1999, ਚਾਦਰ ਹੇਠਲਾ ਬੰਦਾ 2001, ਰੁੱਤ ਰਾਗ 2013 ਆਦਿ ਕਹਾਣੀ ਸੰਗ੍ਰਹਿ ਪੰਜਾਬੀ ਕਹਾਣੀ ਜਗਤ ਦੀ ਝੋਲੀ ਪਾਏ। ਉਸ ਨੇ ਨਾਵਲ ਰਚਨਾ ਕੀਤੀ ਅਤੇ ਬਾਲ ਸਾਹਿਤ ਵੀ ਰਚਿਆ। ਅਧਿਆਪਨ ਕਾਰਜ ਵਿੱਚ ਨਿਰੰਤਰ ਗਤੀਸ਼ੀਲ ਰਹਿਣ ਕਾਰਨ ਉਹ ਕਹਾਣੀ ਰਚਨਾ ਵਿੱਚ ਲਗਾਤਾਰ ਜੁੜੀ ਰਹੀ ਹੈ। ਸੁਖਵੰਤ ਕੌਰ ਮਾਨ ਦੀਆਂ ਕਹਾਣੀਆਂ ਮੂਲ ਰੂਪ ਵਿੱਚ ਔਰਤ ਦੀ ਮਨੋਸਥਿਤੀ ਨੂੰ ਰੂਪਮਾਨ ਕਰਦੀਆਂ ਹਨ। ਕਹਾਣੀਆਂ ਦੇ ਪਾਤਰ ਭਾਵੇਂ ਔਰਤਾਂ ਹੋਣ ਜਾਂ ਪੁਰਸ਼, ਉਹ ਆਪਣੀਆਂ ਲਿੰਗਿਕ ਸੀਮਾਵਾਂ ਵਿੱਚ ਰਹਿਣ ਦੀ ਬਜਾਏ ਸਮਾਜਿਕ ਪਰਿਸਥਿਤੀਆਂ ਅਨੁਸਾਰ ਵਿਵਹਾਰ ਕਰਦੇ ਹਨ। ਲੇਖਿਕਾ ਦੀ ਕਥਾਕਾਰੀ ਦੀ ਇਹ ਵਿਲੱਖਣਤਾ ਹੀ ਉਸ ਨੂੰ ਸਮਕਾਲੀ ਔਰਤ ਕਹਾਣੀਕਾਰਾਂ ਤੋਂ ਵੱਖਰਾਉਂਦੀ ਹੈ। ਲੰਘਦਿਆਂ ਵੜਦਿਆਂ ਕਹਾਣੀ ਦਾ ਵਿਸ਼ਾ ਪੰਜਾਬੀ ਭਾਈਚਾਰੇ ਵਿੱਚ ਬੱਚਿਆਂ ਵੱਲੋਂ ਮਾਪਿਆਂ ਨੂੰ ਇਕੱਲਿਆਂ ਛੱਡ ਕੇ ਵਿਦੇਸ਼ਾਂ ਵਿੱਚ ਵਸ ਜਾਣ ਦੀ ਸਮੱਸਿਆ ਨੂੰ ਪੇਸ਼ ਕਰਨਾ ਹੈ। ਇਸ ਕਹਾਣੀ ਦੀ ਮੈਂ ਪਾਤਰ ਫਾਰਮ ਹਾਊਸ ਵਿੱਚ ਬੁਢੇਪਾ ਗੁਜ਼ਾਰ ਰਹੀ ਤਾਈ ਦੀ ਉਦਾਹਰਨ ਦੇ ਕੇ ਇੱਕ ਲਾਪੇ ਦੀ ਜ਼ਿੰਦਗੀ ਹੰਢਾ ਰਹੇ ਬਜ਼ੁਰਗ ਅਤੇ ਕਮਜ਼ੋਰ ਔਰਤ ਵਰਗ ਦੇ ਦੁੱਖਾਂ ਅਤੇ ਪਰੇਸ਼ਾਨੀਆਂ ਨੂੰ ਪੇਸ਼ ਕਰਦੀ ਹੈ। ਕਿਹਾ ਜਾ ਸਕਦਾ ਹੈ ਕਿ ਲੰਘਦਿਆਂ ਵੜਦਿਆਂ ਕਹਾਣੀ ਇੱਕ ਅਜਿਹੀ ਔਰਤ ਦੇ ਜੀਵਨ ਨੂੰ ਪੇਸ਼ ਕਰਨ ਵਿੱਚ ਸਫਲ ਹੁੰਦੀ ਹੈ, ਜੋ ਬਚਪਨ, ਜਵਾਨੀ ਅਤੇ ਅੱਧ-ਖੜ ਉਮਰ ਨੂੰ ਆਪਣੀ ਮਨਮਰਜ਼ੀ ਅਤੇ ਮਾਣ ਸਨਮਾਨ ਨਾਲ ਗੁਜ਼ਾਰਦੀ ਹੈ। ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜਦੀ ਹੈ, ਪਤੀ ਨਾਲ ਖੁਸ਼ਹਾਲ ਜੀਵਨ ਗੁਜ਼ਾਰਦੀ ਹੈ, ਪਰ ਪਤੀ ਦੀ ਮੌਤ ਉਪਰੰਤ ਨਰਕ ਭਰੀ ਜ਼ਿੰਦਗੀ ਬਤੀਤ ਕਰਦੀ ਹੈ। ਉਸ ਦੇ ਬੱਚੇ ਉਸ ਨੂੰ ਇਕੱਲਿਆਂ ਛੱਡ ਕੇ ਵਾਪਿਸ ਵਿਦੇਸ਼ ਵਿੱਚ ਚਲੇ ਜਾਂਦੇ ਹਨ ਅਤੇ ਉਹ ਨੌਕਰ ਦੇ ਸਹਾਰੇ ਸਨਮਾਨਜਨਕ ਜ਼ਿੰਦਗੀ ਦੀ ਬਜਾਏ ਨਮੋਸ਼ੀ ਨਾਲ ਭਰੇ ਦਿਨ ਗੁਜ਼ਾਰਨ ਲਈ ਮਜਬੂਰ ਹੋ ਜਾਂਦੀ ਹੈ। ਲੰਘਦਿਆਂ ਵੜਦਿਆਂ ਕਹਾਣੀ ਸੰਕੇਤਿਕ ਰੂਪ ਵਿੱਚ ਸਿਰਫ ਇੱਕ ਔਰਤ ਦੀ ਕਹਾਣੀ ਤੱਕ ਹੀ ਸੀਮਤ ਨਹੀਂ, ਸਗੋਂ ਪੰਜਾਬੀ ਭਾਈਚਾਰੇ ਵਿੱਚ ਜ਼ਿੰਦਗੀ ਗੁਜ਼ਾਰ ਰਹੇ ਉਸ ਹਰੇਕ ਵਿਅਕਤੀ ਦੀ ਮਨੋਸਥਿਤੀ ਨੂੰ ਬਿਆਨ ਕਰਦੀ ਹੈ, ਜੋ ਬੁਢਾਪੇ ਵਿੱਚ ਇਕੱਲਤਾ ਦਾ ਜੀਵਨ ਜਿਉਂਦੇ ਹਨ। ਇੱਥੇ ਸਮੱਸਿਆ ਕੇਵਲ ਵਿਦੇਸ਼ਾਂ ਵਿੱਚ ਵਸਣ ਦੀ ਨਹੀਂ, ਮਾਪਿਆਂ ਦੇ ਇਕੱਲੇ ਰਹਿਣ ਦੀ ਹੈ। ਇਹ ਦੇਸ਼ ਵਿੱਚ ਘਰੋਂ ਬਾਹਰ ਰਹਿੰਦੇ ਬੱਚਿਆਂ ਦੀ ਵੀ ਹੋ ਸਕਦੀ ਹੈ ਅਤੇ ਇੱਕੋ ਘਰ ਵਿੱਚ ਇਕੱਠੇ ਰਹਿ ਰਹੇ ਪਰ ਮਾਪਿਆਂ ਨਾਲ ਕੋਈ ਰਾਬਤਾ ਨਾ ਰੱਖਣ ਵਾਲੇ ਬੱਚਿਆਂ ਦੀ ਵੀ। ਇਸੇ ਕਰਕੇ ਇਹ ਕਹਾਣੀ ਆਪਣੇ ਵਿਸ਼ੇਸ਼ ਕਥਾ ਪ੍ਰਸੰਗ ਤੋਂ ਪਾਰ ਜਾ ਕੇ ਪੰਜਾਬੀ ਬੰਦੇ ਦੇ ਇਕੱਲੇ ਰਹਿ ਜਾਣ ਦੀ ਉਸ ਗਾਥਾ ਨੂੰ ਪੇਸ਼ ਕਰਨ ਦੇ ਸਮਰੱਥ ਹੁੰਦੀ ਹੈ, ਜਿੱਥੇ ਉਸ ਕੋਲ
ਕੋਈ ਲੰਘਦਾ ਵੜਦਾ ਜਾ ਕੇ ਉਸ ਦੇ ਦੁੱਖ ਦਾ ਭਾਗੀਦਾਰ ਹੋ ਸਕਦਾ ਹੈ। ਇਹੀ ਹੀ ਉਸ ਦੀ ਇਕੱਲਤਾ ਦਾ ਸੰਕਟਮਈ ਦੁਖਾਂਤ ਹੈ। ਇਸ ਵਿਸ਼ੇ ਨੂੰ ਪੇਸ਼ ਕਰਦੀ ਕਹਾਣੀ ਇਸ ਤਰ੍ਹਾਂ ਹੈ। ਕਹਾਣੀ ਲੇਖਿਕਾ ਦੱਸਦੀ ਹੈ ਕਿ ਲੰਘਦਿਆਂ ਵੜਦਿਆਂ ਦਿਲ ਕਰ ਹੀ ਆਉਂਦਾ ਏ ਬੰਦੇ ਦਾ ਮਿਲਣ ਗਿਲਣ ਨੂੰ, ਪਲ ਦੋ ਪਲ ਮਿਲ ਕੇ ਬਹਿਣ, ਦੁੱਖ ਸੁੱਖ ਪੁੱਛਣ ਤੇ ਗੱਲਾਂ ਬਾਤਾਂ ਕਰਨ ਨੂੰ। ਉਸ ਨੂੰ ਯਾਦ ਹੈ ਕਿ ਪਹਿਲੀਆਂ 'ਚੋਂ ਲੰਘਦੀ ਪੱਕੀ ਸੜਕ ਦੇ ਸਭ ਤੋਂ ਅਖੀਰ 'ਤੇ ਵੱਡੇ ਤਾਇਆ ਜੀ ਦੀ ਕੋਠੀ ਹੈ। ਉਸ ਤੋਂ ਅੱਗੇ ਛੋਟੇ ਤਾਇਆ ਜੀ ਦਾ ਘਰ। ਅਚਾਨਕ ਹੀ ਉਸ ਨੂੰ ਲੰਮਸ ਲੰਮੀ ਸਿੱਧੀ ਸੂਤਰ, ਗੋਰਾ ਚਿੱਟਾ ਰੰਗ ਤੇ ਕਾਲੇ ਸ਼ਾਹ ਬਾਲਾਂ ਵਾਲੀ ਤਾਈ ਦੀ ਯਾਦ ਆਉਂਦੀ ਹੈ, ਜੋ ਵਰ੍ਹਿਆਂ ਤੋਂ ਮੰਜੀ ਨਾਲ ਮੰਜੀ ਹੋਈ ਮੇਲਦੀ ਹੁੰਦੀ ਸੀ। ਅਚਾਨਕ ਇੱਕ ਦਿਨ ਉਸ ਨੂੰ ਚੱਕਰ ਆਉਣ 'ਤੇ ਹਸਪਤਾਲ ਲਿਜਾਇਆ ਗਿਆ। ਸਾਰਾ ਪਿੰਡ ਪਤਾ ਲੈਣ ਆਇਆ। ਵਿਦੇਸ਼ ਤੋਂ ਵੱਡਾ ਪੁੱਤਰ, ਨੂੰਹ ਤੇ ਬੰਬੇ ਰਹਿੰਦੀ ਧੀ ਵੀ ਚੱਕਰ ਮਾਰ ਗਈ। ਇਹ ਲੇਖਿਕਾ, ਜੋ ਕਿ ਮੈਂ ਪਾਤਰ ਹੈ, ਤਾਈ ਨੂੰ ਮਿਲਣ ਆਉਂਦੀ ਹੈ। ਅਜੀਬ ਜਿਹੀਆਂ ਸੋਚਾਂ ਵਿੱਚ ਘਿਰੀ ਉਹ ਗੇਟ ਸਾਹਮਣੇ ਆ ਕੇ ਗੇਟ ਖੋਲ੍ਹਦੀ ਹੈ ਤਾਂ ਅੰਬ ਦੇ ਸ਼ਾਂਤ ਤੇ ਸਥਿਰ ਰੁੱਖ ਨੂੰ ਦੇਖਦੀ ਹੈ। ਬਿੱਲੀ ਨੂੰ ਸੜਕ ਪਾਰ ਕਰਦਿਆਂ ਦੇਖਦੀ ਹੈ। ਆਸੇ ਪਾਸੇ ਉਦਾਸੀ ਭਰੀ ਚੁੱਪ ਨਜ਼ਰ ਆਉਂਦੀ ਹੈ। ਹਵਾ ਦੇ ਇੱਕ ਤੇਜ਼ ਬੁੱਲੇ ਨਾਲ ਅਜੀਬ ਜਿਹਾ ਸ਼ੋਰ ਪੈਦਾ ਹੁੰਦਾ ਹੈ। ਕਹਾਣੀ ਲੇਖਿਕਾ ਦੱਸਦੀ ਹੈ ਕਿ ਤਾਈ ਨੂੰ ਉਸ ਦੇ ਜਾਨੀ ਲੇਖਿਕਾ ਦੇ ਆਉਣ ਦਾ ਪਤਾ ਨਹੀਂ ਲੱਗਦਾ। ਜਦੋਂ ਤੱਕ ਤਾਇਆ ਜੀ ਜਿਉਂਦੇ ਸੀ, ਦੋਵੇਂ ਆਪਸ ਵਿੱਚ ਖੁਸ਼ ਰਹਿੰਦੇ। ਕੋਈ ਨਾ ਕੋਈ ਆਉਂਦਾ ਜਾਂਦਾ, ਉਹਨਾਂ ਨੂੰ ਮਿਲ ਜਾਂਦਾ। ਤਾਈ ਦਾ ਸੁਭਾਅ ਰੋਕਾ ਟੋਕੀ ਵਾਲਾ ਹੋਣ ਕਾਰਨ ਕੰਮ ਵਾਲੀ ਕੋਈ ਘੱਟ ਹੀ ਟਿਕਦਾ ਸੀ। ਫਿਰ ਅਚਾਨਕ ਦਿਲ ਦੇ ਦੌਰੇ ਕਾਰਨ ਤਾਇਆ ਜੀ ਦੀ ਮੌਤ ਹੋ ਜਾਂਦੀ ਹੈ। ਸੋ ਦਾਹ ਸੰਸਕਾਰ ਮੌਕੇ ਅਮਰੀਕਾ ਤੋਂ ਮੁੰਡਾ ਤੇ ਦੋਵੇਂ ਕੁੜੀਆਂ ਆਈਆਂ ਤੇ ਅਰਦਾਸ ਹੁੰਦੀ। ਹਰ ਕੋਈ ਅਫਸੋਸ ਕਰਦਾ ਹੋਇਆ ਕਹਿ ਰਿਹਾ ਸੀ, ਕੀ ਆਖੀਏ ਭਾਈ, ਤੁਹਾਡੇ ਬਾਪੂ ਜੀ ਵੱਲੋਂ ਮਾੜੀ ਹੋਈ। ਹਾਂ ਭਾਈ, ਤੁਸੀਂ ਇੱਥੇ ਹੁੰਦੇ ਤਾਂ ਭੱਜ ਕੇ ਚੰਡੀਗੜ੍ਹ ਲੈ ਜਾਂਦੇ। ਇਹ ਤਾਂ ਚਲੋ ਜੋ ਹੋਇਆ ਸੋ ਹੋਇਆ, ਹੁਣੀ ਕਿਹੜਾ ਟਲਦੀ ਹੈ। ਨਾ ਭਾਈ, ਫਿਰ ਤੁਹਾਡਾ ਆਉਣਾ ਤਾਂ ਬਣਦਾ ਸੀ। ਅਸਕਰ ਨੂੰ ਤੁਹਾਡਾ ਬਾਪ ਸੀ। ਤਾਏ ਦਾ ਵੱਡਾ ਬੇਟਾ ਜਗਜੀਤ ਨੇ ਖਿਝ ਕੇ ਕਿਹਾ, ਛੱਡ ਚਾਚੀ, ਤੂੰ ਐਂ ਕਹਿੰਦੀ ਐ ਜਿਵੇਂ ਆ ਜਲੰਧਰੋਂ ਆਉਣਾ ਹੋਵੇ। ਉਹ ਤਾਂ ਰਸਤੇ ਵਿੱਚ ਸੋਚਦਾ ਆਇਆ ਸੀ ਕਿ ਮੰਜੇ ਨਾਲ ਲੱਗੀ ਮਾਂ ਹੁਣ ਇਕੱਲੀ ਕਿਵੇਂ ਰਹੇਗੀ। ਉੱਧਰੋਂ ਉਸਦੀ ਪਤਨੀ ਨੇ ਵੀ ਸਮਝਾ ਕੇ ਭੇਜਿਆ ਸੀ ਕਿ ਉਸ ਦਾ ਪੱਕਾ ਇੰਤਜ਼ਾਮ ਕਰਕੇ ਆਵੇ, ਅਰਥਾਤ ਉਸ ਲਈ ਕੋਈ ਹੈਲਪਰ ਰੱਖ ਕੇ ਆਵੇ। ਵੱਡੀ ਧੀ ਵੀ ਮਾਂ ਲਈ ਕਾਫੀ ਫਿਕਰਮੰਦ ਸੀ। ਅਫਸੋਸ ਕਰਨ ਉਪਰੰਤ ਸਾਰੇ ਚਲੇ ਗਏ ਤੇ ਘਰ ਸੁੰਨਾ ਹੋ ਗਿਆ। ਹੁਣ ਪਿੰਡ 'ਚੋਂ ਕੋਈ ਤਾਈ ਦਾ ਕੰਮਕਾਰ ਕਰਨ ਆਉਂਦੀ, ਜਿਸ ਦੇ ਕੰਮ ਦੇ ਤਾਈ ਨੂੰ ਅੱਧੇ ਪੈਸੇ ਹੀ ਦੱਸੇ ਗਏ ਸਨ। ਫਿਰ ਆਖਿਰ ਤਾਈ ਨੇ ਮੈਨੂੰ ਪਛਾਣਦਿਆਂ ਕਿਹਾ, ਮਾਂ ਸਦਕੇ, ਮਾਂ ਵਾਰੀ ਬੀਬਾ ਤੂੰ ਵੇ, ਧੰਨ ਭਾਗ। ਲੇਖਿਕਾ ਨੇ ਦੇਖਿਆ ਕਿ ਤਾਈ ਦੀਆਂ ਅੱਖਾਂ 'ਚੋਂ ਅੱਥਰੂ ਡਲਕ ਰਹੇ ਸਨ। ਉਹ ਤਾਈ ਜਿਹੜੀ ਬੇਟੇ ਦੇ ਵਿਆਹ 'ਤੇ ਗੂੜਾ ਗੁਲਾਨਾਰੀ ਸੂਟ ਪਾ ਕੇ ਨੱਚਦੀ ਹੋਈ ਦੂਰੀ ਹੋ ਗਈ ਸੀ। ਤਾਈ ਲੇਖਿਕਾ ਨੂੰ ਚਾਹ ਪਾਣੀ ਪੁੱਛਦੀ ਹੈ। ਫਿਰ ਲੇਖਿਕਾ ਤਾਈ ਦੀ ਧੀ ਇੰਦੂ ਬਾਰੇ ਪੁੱਛਦੀ ਹੈ ਤਾਂ ਤਾਈ ਉਸ ਦੀ ਨੌਕਰੀ ਦਾ ਜ਼ਿਕਰ ਕਰਦਿਆਂ ਦੱਸਦੀ ਹੈ ਕਿ ਅੱਜ ਕੰਮ ਵਾਲੀ ਦੇ ਨਾ ਆਉਣ ਕਰਕੇ ਉਹ ਭੁੱਖੀ ਬੈਠੀ ਹੋਈ ਹੈ। ਇਹ ਸੋਚ ਕੇ ਮੈਂ ਪਾਤਰ ਰਸੋਈ 'ਚ ਜਾ ਕੇ ਭੜੋਲੀ 'ਚੋਂ ਪਰਾਤ 'ਚ ਆਟਾ ਕੱਢ ਕੇ 2 ਵਾਰ ਛਾਣਦੀ ਹੈ। ਲੰਮੇ ਲੰਮੇ ਸਾਹ ਭਰਦੀ ਹੋਈ ਤਾਈ ਨੂੰ ਦੇਖ ਕੇ ਲੇਖਿਕਾ ਸੋਚਦੀ ਹੈ ਕਿ ਇਹ ਉਹੀ ਤਾਈ ਹੈ ਜਿਸ ਕੋਲ ਉਸ ਨੂੰ ਪੜ੍ਹਨ ਭੇਜਿਆ ਗਿਆ ਸੀ ਛੋਟੇ ਹੁੰਦਿਆਂ। ਤਾਈ ਉਸ ਨੂੰ ਸਵੇਰੇ ਸਵੇਰੇ ਪੋਚੇ ਲਗਾਉਣ ਲਈ ਕਹਿੰਦੀ ਸੀ। ਇਹ ਸੋਚਾਂ ਸੋਚਦਿਆਂ ਲੇਖਿਕਾ ਦੇ ਹੱਥੋਂ ਪ੍ਰਾਂਤ ਛੁੱਟ ਜਾਂਦੀ ਹੈ। ਤਾਈ ਪੁੱਛਦੀ ਹੈ, ਬੀਬਾ ਇਹ ਖੜਾ ਕਿਹੋ ਜਿਹਾ? ਕੁਝ ਨਹੀਂ ਆਖਦਿਆਂ ਲੇਖਿਕਾ ਸੋਚਦੀ ਹੈ, ਮੈਨੂੰ ਪੁਰਾਣੀਆਂ ਯਾਦਾਂ ਕਿਉਂ ਨਹੀਂ ਭੁੱਲਦੀਆਂ। ਫਿਰ ਝੱਖੜ ਦੇ ਆਉਣ 'ਤੇ ਮੈਂ ਪਾਤਰ ਭੱਜ ਕੇ
ਤਾਈ ਦੇ ਕਮਰੇ 'ਚ ਜਾਂਦੀ ਹੈ, ਜਿੱਥੇ ਤਾਈ ਦੂਰੀ ਜਿਹੀ ਹੋਈ ਗੰਢੜੀ ਜਿਹੀ ਬਣੀ ਪਈ ਸੀ। ਪਤਲੀ ਜਿਹੀ ਚੁੰਨੀ ਨਾਲ ਮੂੰਹ ਸਿਰ ਢਕੀ ਤਾਈ ਕੰਬ ਰਹੀ ਸੀ। ਲੇਖਿਕਾ ਦੇ ਮਨ 'ਚ ਬਦਸ਼ਗਨਾ ਜਿਹਾ ਵਿਚਾਰ ਬਣਿਆ ਕਿ ਤਾਈ ਹੁਣ ਬਹੁਤਾ ਚਿਰ ਨਹੀਂ ਕੱਢੇਗੀ। ਚਾਹ ਪਾਣੀ ਪੀਣ ਉਪਰੰਤ ਲੇਖਿਕਾ ਤਾਈ ਨੂੰ ਰੋਟੀ ਬਾਰੇ ਪੁੱਛਦੀ ਹੈ। ਉਸ ਸਮੇਂ ਝੱਖੜ ਆਉਣ ਨਾਲ ਅੰਬ ਦਾ ਵੱਡਾ ਡਾਹਣ ਟੁੱਟਿਆ, ਜਿਸ ਨੂੰ ਦੇਖਣ ਉਹ ਕਮਰੇ ਤੋਂ ਬਾਹਰ ਗਈ। ਡਾਹਣ ਟੁੱਟਿਆ ਦੇਖ ਕੇ ਕਹਿਣ ਲੱਗੀ, ਤੇਰੇ ਤਾਇਆ ਜੀ ਨੇ ਲਾਇਆ ਸੀ ਇਹ ਅੰਬ ਦਾ ਬੂਟਾ। ਤਾਈ ਰੋਣ ਹੱਕੀ ਹੋਈ ਲਗਾਤਾਰ ਬੂਟੇ ਵੱਲ ਦੇਖਦੀ ਰਹੀ। ਲੇਖਿਕਾ ਨੂੰ ਉਸ ਦੇ ਤੇ ਉਸ ਦੇ ਤਾਏ ਦੇ ਪਿਆਰ ਬਾਰੇ ਦੱਸਦੀ ਹੋਈ ਕਹਿੰਦੀ ਹੈ ਕਿ ਇਸ ਬੂਟੇ ਦਾ ਪਹਿਲਾ ਫਲ ਦੋਵਾਂ ਨੇ ਰਲ ਕੇ ਖਾਧਾ ਸੀ, ਜਿਸ ਦਾ ਅਲੋਕਾਰੀ ਸਵਾਦ ਸੀ। ਫਿਰ ਝੱਖੜ ਦੇ ਚੱਲਦਿਆਂ ਹੀ ਤਾਈ ਡਿੱਗ ਪੈਂਦੀ ਹੈ। ਉਸ ਦੇ ਗੋਡੇ ਸੱਟ ਲੱਗਦੀ ਹੈ, ਲੱਤ ਪੀੜ ਕਰਦੀ ਹੈ ਤਾਂ ਲੇਖਿਕਾ ਮੂਵ ਨਾਲ ਉਸ ਦੇ ਮਾਲਿਸ਼ ਕਰਦੀ ਹੈ। ਉਸ ਦੇ ਕਹਿਣ 'ਤੇ ਮੈਂ ਪਾਤਰ ਉਸ ਨੂੰ ਸੰਦੂਕ 'ਚੋਂ ਕੰਬਲ ਕੱਢ ਕੇ ਦਿੰਦੀ ਹੈ। ਉਹ ਦੱਸਦੀ ਹੈ ਕਿ ਉਸ ਨੇ ਕਿੰਨੇ ਬਿਸਤਰੇ ਬਣਾ ਛੱਡੇ ਨੇ, ਪਰ ਲੇਖਿਕਾ ਦੇ ਇਹ ਕਹਿਣ 'ਤੇ ਕਿ ਹੁਣ ਤਾਂ ਇਹਨਾਂ ਨੂੰ ਵਰਤਣ ਵਾਲਾ ਕੋਈ ਨਹੀਂ ਇੱਥੇ। ਤਾਈ ਕਹਿੰਦੀ ਹੈ ਕਿਉਂ ਨਹੀਂ, ਆਉਣਗੇ ਸੁੱਖ ਨਾਲ ਸਾਰੇ। ਇਹ ਕਹਿੰਦਿਆਂ ਹੀ ਡਿੱਗ ਪੈਂਦੀ ਹੈ। ਤਾਈ ਲੱਤਾਂ ਘੁੱਟਣ ਲਈ ਆਖਦੀ ਹੈ, ਪਰ ਫਿਰ ਲੇਖਿਕਾ ਨੂੰ ਕਹਿੰਦੀ ਹੈ, ਨਾ ਨਹੀਂ ਭੈਣਾ, ਤੂੰ ਤਾਂ ਮੈਨੂੰ ਮਾਰ ਦੇਵੇਂਗੀ। ਅਸਲ 'ਚ ਹੱਡੀਆਂ ਤੇ ਮਾਸ ਨਾ ਹੋਣ ਕਰਕੇ ਤਾਈ ਸਹਿ ਨਹੀਂ ਪਾ ਰਹੀ ਜਾਂ ਮੈਥੋਂ ਹੀ ਵੱਧ ਭਾਰ ਪੈ ਗਿਆ। ਫਿਰ ਲੇਖਿਕਾ ਪਰੌਂਠੇ ਬਣਾਉਣ ਬਾਰੇ ਪੁੱਛਦੀ ਹੈ। ਤਾਈ ਪਕਾਉਣ ਲਈ ਕਹਿੰਦੀ ਹੈ, ਕਿਉਂਕਿ ਉਹਦੀ ਕੰਮ ਵਾਲੀ ਭਾਗੋ ਸਵੇਰ ਦੀ ਨਹੀਂ ਆਈ ਸੀ ਤੇ ਭਜਨਾ ਵੀ ਨਹੀਂ ਆਇਆ ਸੀ, ਤੇ ਕਹਿੰਦੀ ਹੈ, ਸੱਚੇ ਪਾਤਸ਼ਾਹ ਚੁੱਕ ਲੈ, ਹੁਣ ਤਾਂ ਚੁੱਕ ਲੈ ਦਾਤਿਆ। ਫਿਰ ਪਕੌੜਿਆਂ ਬਾਰੇ ਦੱਸਦੀ ਹੈ ਕਿ ਉਸ ਦਾ ਸਭ ਕੁਝ ਮਨ੍ਹਾ ਕੀਤਾ ਹੋਇਆ ਹੈ। ਫਿਰ ਲੇਖਿਕਾ ਵੇਸਣ ਦੇ ਪਕੌੜੇ ਬਣਾ ਕੇ ਖਵਾਉਂਦੀ ਹੈ। ਉਹ ਇਸ ਤਰ੍ਹਾਂ ਖਾਂਦੀ ਹੈ ਜਿਵੇਂ ਜਨਮਾਂ ਜਨਮਾਂ ਦੀ ਭੁੱਖੀ ਹੋਵੇ, ਨਾਲ ਖਾਈ ਜਾਵੇ, ਨਾਲੇ ਲੇਖਿਕਾ ਨੂੰ ਅਸੀਸਾਂ ਦੇਈ ਜਾਵੇ। ਫਿਰ ਲੇਖਿਕਾ ਦੇਖਦੀ ਹੈ ਕਿ ਤਾਈ ਦਾ ਰੰਗ ਪੀਲਾ ਪੈ ਗਿਆ ਤੇ ਅੱਖਾਂ ਚਟਿਆਈ ਫੜ ਗਈਆਂ। ਲੱਗਦਾ ਹੈ ਹੁਣ ਤਾਈ। ਲੇਖਿਕਾ ਹੁਣ ਵੱਡੇ ਭਰਾ ਦੇ ਘਰ ਰਾਤ ਕੱਟਣ ਦੀ ਸੋਚ ਰਹੀ ਸੀ, ਪਰ ਤਾਈ ਆਪਣੇ ਕੋਲ ਰੱਖਣ ਲਈ ਤਰਲੇ ਕੱਢ ਰਹੀ ਸੀ। ਤਾਈ ਦੀਆਂ ਅੱਖਾਂ 'ਚ ਅੱਥਰੂ ਡਲਕ ਰਹੇ ਸੀ। ਆਵਾਜ਼ ਆਉਂਦੀ ਹੈ, ਨੀ ਮੈਂ ਰਹਿ ਗਈ ਕੱਲੀ ਧੀਏ, ਨੀ ਸੁਣ ਉਜਾੜ 'ਚ ਰਾਤ ਉੱਲੂ ਬੋਲਦੇ ਨੇ, ਬਿੱਲੀਆਂ ਰੋਂਦੀਆਂ ਨੇ, ਨੀ ਮੈਂ। ਨਹੀਂ ਤਾਈ ਜੀ ਨਹੀਂ। ਲੇਖਿਕਾ ਤਾਈ ਨੂੰ ਜੱਫੀ ਪਾਉਂਦੀ ਹੋਈ ਆਖਦੀ ਹੈ ਕਿ ਉਹ ਉਹਨਾਂ ਦੇ ਕੋਲ ਹੀ ਹੈ। ਲੇਖਿਕਾ ਨੂੰ ਵੀ ਹੁਣ ਨੀਂਦ ਨਹੀਂ ਆਉਂਦੀ ਤੇ ਉਹ ਅਜੀਬ ਜਿਹੀਆਂ ਸੋਚਾਂ 'ਚ ਘਿਰੀ ਕਿਸਮਤ ਦੇ ਚੱਕਰਾਂ ਬਾਰੇ ਸੋਚਦੀ ਰਹੀ। ਫਿਰ ਸੰਦੂਕ ਪਿੱਛੇ ਚੂਹਿਆਂ ਦੇ ਦੌੜਨ ਤੇ ਬਿੱਲੀ ਦੇ ਛੜੱਪਾਂ ਮਾਰਨ ਦੀਆਂ ਆਵਾਜ਼ਾਂ ਸੁਣਦਿਆਂ ਲੇਖਿਕਾ ਨੂੰ ਕੁਝ ਨੀਂਦ ਆ ਰਹੀ ਸੀ, ਪਰ ਤਾਈ ਆਪਣੇ ਆਪ ਵਿੱਚ ਹੀ ਕੁਝ ਬੋਲਦੀ ਜਾ ਰਹੀ ਸੀ। ਸ਼ਾਇਦ ਸਵੇਰ ਹੋਣ ਕਰਕੇ ਤਾਈ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀ ਸੀ। ਫਿਰ ਜਦੋਂ ਮੈਂ ਪਾਤਰ ਤਾਈ ਦੇ ਅੱਗੇ ਚਾਹ ਤੇ ਬਿਸਕੁਟ ਰੱਖਦੀ ਹੈ ਤਾਂ ਤਾਈ ਅਸੀਸਾਂ ਦਿੰਦੀ ਹੈ। ਉੱਧਰੋਂ ਭਜਨਾ ਆ ਕੇ ਦੱਸਦਾ ਹੈ ਕਿ ਭਾਗੋ ਬਿਮਾਰ ਹੋਣ ਕਾਰਨ ਕੰਮ 'ਤੇ ਨਹੀਂ ਆ ਸਕੀ। ਫਿਰ ਭਜਨਾ ਤਾਈ ਨੂੰ ਸਹਾਰਾ ਦਿੰਦਾ ਹੋਇਆ ਹਰ ਕੰਮ ਵਿੱਚ ਮਦਦ ਕਰਦਾ ਹੈ। ਇਸ ਉਪਰੰਤ ਮੈਂ ਪਾਤਰ ਵਿਹੜਾ ਪਾਰ ਕਰਦੀ ਹੋਈ ਸੜਕ ਵੱਲ ਚਲੀ ਗਈ। ਦੋਸਤੋ, ਅੱਜ ਦਾ ਟੌਪਿਕ ਕਿਵੇਂ ਲੱਗਿਆ? ਜੇ ਵਧੀਆ ਲੱਗਿਆ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਧੰਨਵਾਦ।